ਕਹਿੰਦੇ ਨੇ ਹਰ ਗੈਂਗਸਟਰ ਦੇ ਲਈ ਇੱਕ ਗੋਲੀ ਬਣੀ ਹੁੰਦੀ ਆ ਔਰ ਗੈਂਗਸਟਰ ਦੀ ਲਾਈਫ ਜਿਹੜੀ ਹੈ ਬੜੀ ਛੋਟੀ ਹੁੰਦੀ ਹੈ ਕਿਉਂਕਿ ਜਾਂ ਉਹ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਜਾਂ ਫਿਰ ਉਹ ਆਪਣੀ ਗੈਂਗਵਾਰ ਚ ਮਾਰਿਆ ਜਾਂਦਾ ਲੇਕਿਨ ਬਹੁਤ ਘੱਟ ਗੈਂਗਸਟਰ ਇਹੋ ਜਿਹੇ ਹੁੰਦੇ ਖੁਸ਼ਨਸੀਬ ਹੁੰਦੇ ਆ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਮੁੱਖ ਧਾਰਾ ਚ ਵਾਪਸ ਆਉਣ ਦਾ। ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਐਸੇ ਸ਼ਖਸ ਨਾਲ ਕਰਾਵਾਂਗਾ ਜੋ ਪਿਛਲੇ ਕਈ ਸਾਲ ਤੋਂ ਗੈਂਗਸਟਰ ਰਿਹਾ ਔਰ ਜ਼ੁਲਮ ਦੇ ਜਿਹੜੀ ਦੁਨੀਆ ਸੀ ਉਹਦੇ ਵਿੱਚ ਬਿਤਾਜ ਬਾਦਸ਼ਾਹ ਸੀ, ਖਾਸ ਕਰ ਪੰਜਾਬ ਦੇ ਮਾਝਾ ਇਲਾਕੇ ਦਾ। ਲੇਕਿਨ ਉਹਨਾਂ ਦੀ ਲਾਈਫ 'ਚ ਇੱਕ ਅਜਿਹੀ ਘਟਨਾ ਵਾਪਰੀ ਕਿ ਉਹ ਬਿਲਕੁਲ ਜੁਰਮ ਦੀ ਦੁਨੀਆ ਛੱਡ ਕੇ ਮੁੱਖ ਧਾਰਾ 'ਚ ਆ ਗਏ ਔਰ ਹੁਣ ਉਹ ਲੋਕ ਸੇਵਾ ਕਰਨਾ ਚਾਹ ਰਹੇ ਨੇ। ਮੇਰੇ ਨਾਲ ਨੇ ਸੋਨੂ ਕੰਗਲਾ। ਇਹਨਾਂ ਦਾ ਨਾਮ ਸੋਨੂ ਕੰਗਲਾ ਕਿਵੇਂ ਪਿਆ ਉਹ ਜਾਣਾਂਗੇ ਔਰ ਅਸਲੀ ਨਾਮ ਕੀ ਹੈ ਔਰ ਕੀ ਕੇਸ ਨੇ। 40 ਦੇ ਕਰੀਬ ਇਹਨਾਂ ਦੇ ਉੱਪਰ ਕੇਸ ਸੀਗੇ ਲੇਕਿਨ 8 ਸਾਲ ਜੇਲ੍ਹ ਕੱਟਣ ਤੋਂ ਬਾਅਦ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਕਿ ਜ਼ਿੰਦਗੀ ਬਦਲ ਗਈ। ਸੋਨੂ ਕੰਗਲਾ ਤੁਹਾਡਾ ਨਾਮ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਆਖਿਰ ਇਹ ਨਾਮ ਕਿਵੇਂ ਪਿਆ ਔਰ ਜੁਰਮ ਦੀ ਜਿਹੜੀ ਸ਼ੁਰੂਆਤ ਸੀ ਉਹ ਕਿਵੇਂ ਹੋਈ। ਇਹ ਜਿਹੜਾ ਮੇਰਾ ਨਾਮ ਬਚਪਨ ਦੇ ਵਿੱਚ ਹੀ ਅਸੀਂ ਖੇਡਦੇ ਹੁੰਦੇ ਸੀ, 4-5 ਸਾਲ ਦੀ ਉਮਰ ਸੀਗੀ। ਉਸ ਦੌਰਾਨ ਬਚਪਨ 'ਚ ਇਹ ਨਾਮ ਮੇਰੇ ਨਾਮ ਨਾਲ ਜੋੜਿਆ ਗਿਆ। ਆਪਸ ਦੇ ਵਿੱਚ ਅਸੀਂ ਸ਼ਰਾਰਤਾਂ 'ਚ ਇਹ ਨਾਮ ਲੈਣਾ ਸ਼ੁਰੂ ਕੀਤਾ ਤੇ ਜਿੱਥੋਂ ਮੇਰਾ ਨਾਮ ਇਹ ਸੋਨੂ ਦੇ ਨਾਲ ਕੰਗਲਾ ਲੱਗਣਾ ਸ਼ੁਰੂ ਹੋ ਗਿਆ। ਵੈਸੇ ਮੇਰਾ ਨਾਮ ਭੁਪਿੰਦਰ ਸਿੰਘ ਆ ਤੇ ਇਹ ਸੋਨੂ ਦੇ ਨਾਲ ਕੰਗਲਾ ਨਾਮ ਉੱਥੋਂ ਜੁੜ ਗਿਆ। ਕਰੀਬ 8-9 ਮਹੀਨਿਆਂ ਤੋਂ ਤੁਸੀਂ ਜੁਰਮ ਦੀ ਜਿਹੜੀ ਦੁਨੀਆ ਉਹਨੂੰ ਅਲਵਿਦਾ ਕਹਿ ਚੁੱਕੇ ਹੋ ਲੇਕਿਨ ਗੈਂਗਸਟਰ ਦਾ ਜਿਹੜਾ ਇੱਕ ਟੈਗ ਲੱਗਿਆ ਹੈ ਉਹਨੂੰ ਮਿਟਾਉਣਾ ਕਿੰਨਾ ਔਖਾ ਹੈ ਕਿਉਂਕਿ ਬੜੇ ਲੰਬੇ ਸਮੇਂ ਤੱਕ ਤੁਸੀਂ ਇੱਕ ਗੈਂਗਸਟਰ ਰਹੇ ਹੋ। ਬਹੁਤ 40 ਦੇ ਕਰੀਬ ਤੁਹਾਡੇ ਤੇ ਕੇਸ ਸੀਗੇ, ਉਹਨਾਂ 'ਚ ਬਹੁਤ ਸਾਰੇ ਕੇਸ ਜਿਹੜੇ ਆ ਉਹ ਖਤਮ ਹੋ ਚੁੱਕੇ ਆ। ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ? ਪਹਿਲਾ ਕੇਸ ਕਿੰਨੀ ਉਮਰ 'ਚ ਪਿਆ ਸੀ? ਇਹ ਜੇ 9 ਮਹੀਨੇ ਹੋ ਗਏ ਮੈਨੂੰ ਵੈਸੇ ਮਤਲਬ ਜੇਲ੍ਹ ਤੋਂ ਬਾਹਰ ਰਿਹਾ ਹੋਇਆ ਨੂੰ। ਔਰ ਉਸ ਤੋਂ ਪਹਿਲਾਂ ਜਿਹੜੀ ਗੱਲ ਸੀ ਇਹ ਸ਼ੁਰੂਆਤ ਕਿੱਥੋਂ ਹੋਈ, ਮੈਂ 10th ਕਲਾਸ 'ਚ ਪੜ੍ਹਦਾ ਸੀਗਾ ਔਰ ਸਾਡੇ ਇੱਥੇ ਨਜ਼ਦੀਕੀ ਗੈਂਗਸਟਰ ਰਹਿ ਚੁੱਕੇ ਉਹ ਵੀ ਤੇ ਉਹਨਾਂ ਦੀ ਰਾਇ ਸਾਡੇ ਕੋਲ ਸੀਗੀ। ਉਹਨਾਂ ਦੀ ਇੱਕ ਬਾਈਕ ਸੀਗੀ ਜਿਹਦੇ ਚੱਕਰ 'ਚ ਸਾਨੂੰ ਸੀਆਈ ਸਟਾਫ ਅਰੈਸਟ ਕੀਤਾ ਗਿਆ ਔਰ ਉਹ ਬਾਈਕ ਦੇ ਵਿੱਚ ਮੇਰਾ ਕੋਈ ਮੈਨੂੰ ਪਤਾ ਵੀ ਨਹੀਂ ਸੀ। 10th ਕਲਾਸ ਦੇ ਮੇਰੇ ਰਿਜ਼ਲਟ ਆਉਣੇ ਸੀ, ਮੇਰੀ ਉਮਰ ਕਰੀਬ 17 ਸਾਲ ਦੀ ਹੋਏਗੀ ਤੇ ਉਸ ਦੌਰਾਨ ਉਹਨਾਂ ਨੇ ਉਹ ਦੋਸ਼ੀ ਫੜੇ ਗਏ। ਉਹਨਾਂ ਵਿੱਚੋਂ ਕਿਸੇ ਨੇ ਸਾਡਾ ਵੀ ਨਾਮ ਲਿਆ ਨਹੀਂ ਲਿਆ, ਸਾਨੂੰ ਪੁਲਿਸ ਚੱਕ ਕੇ ਲੈ ਗਈ। ਚੱਕਣ ਤੋਂ ਬਾਅਦ ਉੱਥੇ 25,000 ਰੁਪਏ ਦੀ ਮੰਗ ਕੀਤੀ ਗਈ ਜੋ ਕਿ ਉਸ ਟਾਈਮ ਦੀ ਸਾਡੇ ਲਈ ਬਹੁਤ ਵੱਡੀ ਅਮਾਊਂਟ ਸੀ। ਅਸੀਂ ਨਹੀਂ ਦੇ ਸਕੇ, ਮੇਰੇ ਮਾਤਾ ਜੀ ਨਹੀਂ ਦੇ ਸਕੇ ਕਿਉਂਕਿ ਮੇਰੇ ਫਾਦਰ ਸਾਹਿਬ 93 'ਚ ਪਹਿਲਾਂ ਐਕਸਪਾਇਰ ਹੋ ਚੁੱਕੇ ਸੀ ਔਰ ਮਾਤਾ ਜੀ ਉਹ ਜਿਹੜੀ ਪੈਸੇ ਸੀ ਉਹ ਰਾਸ਼ੀ ਨਹੀਂ ਇਕੱਠੀ ਕਰ ਸਕੇ ਜਿਹਦੇ ਕਰਕੇ ਮੇਰੇ ਤੋਂ ਕੇਸ ਪਾਇਆ ਗਿਆ। ਅਗਰਵਾਈਜ਼ ਅਸੀਂ 25,000 ਰੁਪਏ ਦੇ ਦਿੰਦੇ ਤੇ ਉਹ ਕੇਸ ਸ਼ਾਇਦ ਨਹੀਂ ਪੈਂਦਾ। ਅਗਰ ਉਹ ਕੇਸ ਨਹੀਂ ਪੈਂਦਾ ਤਾਂ ਹਾਲਾਤ ਸ਼ਾਇਦ ਕੁਝ ਹੋਰ ਹੁੰਦੇ। ਮਤਲਬ ਜਿਹੜਾ ਸੋਨੂ ਕੰਗਲਾ ਗੈਂਗਸਟਰ ਬਣਿਆ ਉਹ 10ਵੀਂ ਕਲਾਸ ਦੇ ਵਿੱਚ ਇੱਕ ਝੂਠੇ ਕੇਸ ਤੋਂ ਸ਼ੁਰੂਆਤ ਹੋਈ ਔਰ ਅਗਰ ਪੈਸੇ ਦੇਣ ਨੂੰ ਹੁੰਦੇ ਤੇ ਸ਼ਾਇਦ ਜੁਰਮ ਦੀ ਦੁਨੀਆ ਵਿੱਚ ਤੁਸੀਂ ਨਾ ਜਾਂਦੇ। ਬਿਲਕੁਲ ਠੀਕ ਜੀ। ਜੇ ਅਸੀਂ ਉਸ ਟਾਈਮ ਸਾਡੇ ਕੋਲ ਪੈਸੇ ਹੁੰਦੇ, ਪੈਸੇ ਦੇ ਸਕਦੇ ਹੁੰਦੇ ਜਾਂ ਆਫੀਸਰ ਕੋਈ ਇਮਾਨਦਾਰ ਹੁੰਦਾ ਕਿ ਜੋ ਪ੍ਰੋਪਰ ਛਾਣਬੀਨ ਕਰਕੇ ਮੈਨੂੰ ਰਿਹਾ ਸਾਬਿਤ ਕਰਨ ਤੋਂ ਬਾਅਦ ਮੈਨੂੰ ਬਿਨਾਂ ਪੈਸੇ ਲਏ ਛੱਡ ਦਿੰਦਾ ਤੇ ਸ਼ਾਇਦ ਇਹ ਦੌਰ ਜਿਹੜਾ ਸੀਗਾ ਗੈਂਗਸਟਰ ਵਾਲਾ ਮੇਰੀ ਲਾਈਫ 'ਚ ਨਾ ਆਉਂਦਾ। ਸ਼ੁਰੂਆਤ ਹੋਈ 10ਵੀਂ ਕਲਾਸ ਸੀਗੇ, ਉਸ ਤੋਂ ਬਾਅਦ ਜੁਰਮ ਦੀ ਦੁਨੀਆ 'ਚ ਤੁਹਾਡੇ ਤੇ ਮਰਡਰ ਕੇਸ ਵੀ ਰਹੇ ਆ, NDPS ਜਿਹੜੇ ਡਰੱਗਸ ਦੇ ਕੇਸ ਬਹੁਤ ਜ਼ਿਆਦਾ ਸੀ। ਡਰੱਗਸ ਦੀ ਸ਼ੁਰੂਆਤ ਕਿਵੇਂ ਹੋਈ ਸੀ? ਕਿਉਂਕਿ ਅਸੀਂ ਦੇਖਿਆ ਕਿ ਬਾਰਡਰ ਸਟੇਟ ਹੈ, ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਗੁੰਮਰਾਹ ਹੋ ਕੇ ਡਰੱਗਸ ਦਾ ਕੰਮ ਕਰਨ ਲੱਗ ਪੈਂਦੇ ਆ। ਡਰੱਗਸ ਵੱਲ ਕਿਵੇਂ ਇੰਟਰੋਡਿਊਸ ਹੋਇਆ? ਕੌਣ ਲੋਕ ਸੀ ਜਿਨ੍ਹਾਂ ਨੇ ਤੁਹਾਨੂੰ ਇਸ ਜੁਰਮ ਦੇ ਵੱਲ ਧਕੇਲਿਆ ਸੀ? ਕੋਈ ਵੀ ਗੈਂਗ ਚਲਾਉਣ ਲਈ ਸਾਨੂੰ ਪੈਸਾ ਚਾਹੀਦਾ। ਗੈਂਗ ਗਰੁੱਪ ਚਾਹੇ ਕੁਛ ਵੀ ਕਹਿ ਲਓ, ਉਹਨੂੰ ਅੱਗੇ ਵਧਾਉਣ ਲਈ ਸਾਨੂੰ ਪੈਸਾ ਚਾਹੀਦਾ ਔਰ ਉਹ ਪੈਸਾ ਕਿੱਥੋਂ ਆਉਣਾ ਸੀ? ਮੇਰਾ ਕੋਈ ਕਾਰੋਬਾਰ ਨਹੀਂ ਸੀਗਾ, ਘਰ 'ਚ ਵੀ ਕੁਛ ਨਹੀਂ ਸੀਗਾ ਔਰ ਇਹਨਾਂ ਗੱਲਾਂ ਨੂੰ ਲੈ ਕੇ ਫਿਰ ਜਿਵੇਂ ਜਿਵੇਂ ਜਿੰਨਾ ਹਾਲਾਤਾਂ 'ਚ ਪੁਲਿਸ ਮੇਰੇ ਪਿੱਛੇ ਸੀ, ਜਿਵੇਂ ਜਿਵੇਂ ਮੈਂ ਅੱਗੇ ਵੱਧਦਾ ਗਿਆ, ਲੋਕਾਂ ਦੇ ਘਰਾਂ 'ਚ ਰੁਕਦਾ ਗਿਆ, ਠਹਿਰਾਂ ਲੈਣੀਆਂ ਸੀ, ਰੁਕਣਾ ਔਰ ਉਸੇ ਦੌਰਾਨ ਨਵੇਂ-ਨਵੇਂ ਸਾਨੂੰ ਦੋਸਤ ਮਿਲਦੇ ਗਏ ਜਾਂ ਜੇਲ੍ਹ 'ਚ ਇੱਕ ਦੋ ਵਾਰੀ ਗਏ, ਜੇਲ੍ਹ 'ਚੋਂ ਨਵੇਂ ਦੋਸਤ ਮਿਲਣੇ ਸ਼ੁਰੂ ਹੋ ਗਏ ਜਿਹੜੇ ਡਰੱਗ ਦਾ ਕੰਮ ਕਰਦੇ ਸੀਗੇ ਤੇ ਉਹ ਲਿੰਕ ਮੇਰੇ ਜੁੜਨ ਦੇ ਨਾਲ ਜਿਹੜਾ ਮੇਰਾ ਇਹ ਸੀ ਨੈਟਵਰਕ ਸੀ ਉਹ ਵੱਧਦਾ ਗਿਆ ਜਿਹਦੇ ਵਿੱਚ ਵੈਪਨ ਵੀ, ਡਰੱਗ ਵੀ, ਪੈਸਾ, ਹਰ ਚੀਜ਼ ਔਰ ਉਹਨਾਂ ਲਿੰਕਸ ਨੂੰ ਲੈ ਕੇ ਮੈਨੂੰ ਜਿਹੜਾ ਕ੍ਰਾਈਮ ਜਿਹੜੇ ਵੀ ਜ਼ਿਆਦਾ ਕਰਨੇ ਪੈ ਗਏ। ਸ਼ੁਰੂਆਤ ਕਿਵੇਂ ਹੋਈ ਸੀ? ਜਿਵੇਂ ਡਰੱਗਸ ਤੁਸੀਂ ਡਰੱਗਸ ਦਾ ਵੀ ਕਰਦੇ ਰਹੇ ਹੋ, ਬਹੁਤ ਸਾਰੇ ਕੇਸ ਡਰੱਗਸ ਦੇ ਵੀ ਭੁਗਤੇ ਆ। ਕਿਵੇਂ ਡਰੱਗਸ ਬਾਰਡਰ ਤੋਂ ਲੈ ਕੇ ਆਉਂਦੇ ਸੀ? ਕਿੰਨੇ ਪੈਸੇ ਮਿਲਦੇ ਸੀ ਔਰ ਕਿੰਨਾ ਲੋਕਾਂ ਲਈ ਆਉਂਦੇ ਸੀ? ਅਜਿਹਾ ਵੀ ਕਿਹਾ ਜਾਂਦਾ ਕਿ ISI ਜਿਹੜੀ ਪਾਕਿਸਤਾਨ ਦੀ ਹੈ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਡਰੱਗਸ ਦੇ ਧੰਦੇ ਵੱਲ ਲਿਆਂਦਾ ਜਾਵੇ। ਬਿਲਕੁਲ ਜੀ। ਉਹ ਜਿਹੜੇ ਲੋਕ ਨੇ
ਆਈਐਸਆਈ ਤਾਂ ਆਪਾਂ ਕਹਿ ਹੀ ਸਕਦੇ, ਸਾਡੇ ਖੁਦ ਦੇ ਕੁਝ ਲੋਕ ਨੇ, ਕੁਝ ਆਪਾਂ ਪੋਲੀਟੀਕਲ ਲੋਕ ਵੀ ਕਹਿ ਸਕਦੇ ਹਾਂ, ਕੁਝ ਧਨਾੜ ਲੋਕ ਕਹਿ ਸਕਦੇ ਹਾਂ ਕਿ ਜਿਨ੍ਹਾਂ ਤੱਕ ਪੁਲਿਸ ਨਾ ਕਦੀ ਪਹੁੰਚ ਪਾਈ ਹੈ, ਤੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਕਦੀ ਪਹੁੰਚ ਵੀ ਨਹੀਂ ਪਾਊਗੀ, ਕਿਉਂਕਿ ਤਾਕਤ ਉਹਨਾਂ ਦੇ ਹੱਥ 'ਚ ਆ। ਔਰ ਉਹ ਖਾਕੀ ਨੂੰ ਜਿਹੜਾ ਆਪਣੇ ਤਰੀਕੇ ਨਾਲ ਚਲਾਉਂਦੇ ਆ, ਜਦਕਿ ਖਾਕੀ 'ਚ ਸੰਵਿਧਾਨ ਬੋਲਣਾ ਚਾਹੀਦਾ। ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਆ, ਖਾਕੀ 'ਚ ਸੰਵਿਧਾਨ ਬੋਲਣਾ ਚਾਹੀਦਾ, ਖਾਦੀ ਨਹੀਂ ਬੋਲਣੀ ਚਾਹੀਦੀ। ਔਰ ਅੱਜ ਦੀ ਜੋ ਮਾਹੌਲ ਬਣ ਚੁੱਕਾ ਵਾ, ਉਹ ਖਾਕੀ ਦੇ ਵਿੱਚ ਖਾਦੀ ਬੋਲਦੀ ਆ ਔਰ ਖਾਦੀ ਹੀ ਸਾਰਾ ਕੁਝ ਕਰਾਉਂਦੀ ਹੈ। ਆਪ ਕਦੀ ਡਰੱਗਸ ਲਏ? ਕਿਉਂਕਿ ਜਿਹੜੇ ਡਰੱਗਸ ਦਾ ਲੰਬਾ ਇੱਕ ਇਤਿਹਾਸ ਰਿਹਾ, ਤੁਸੀਂ ਡਰੱਗ ਦੀ ਸਮਗਲਿੰਗ ਕਰਦੇ ਰਹੇ ਹੋ, ਆਪ ਵੀ ਡਰੱਗਸ ਲੈਂਦੇ ਸੀ? ਨਹੀਂ, ਮੈਂ ਕਦੀ ਅੱਜ ਤੱਕ, ਮੈਨੂੰ ਤਾਂ ਪਤਾ ਕਿ ਜਿੱਥੋਂ ਤੱਕ ਮੈਨੂੰ ਪਤਾ ਕਿ ਮੈਂ ਅੱਜ ਤੱਕ ਕਦੀ ਸ਼ਰਾਬ ਵੀ ਨਹੀਂ ਪੀਤੀ, ਡਰਿੰਕ ਵੀ ਨਹੀਂ ਕਦੀ ਕੀਤੀ। ਮਤਲਬ ਇਸ ਚੀਜ਼ ਤੋਂ ਮੈਂ ਬਹੁਤ ਪਰਹੇਜ਼ ਕੀਤਾ, ਚਾਹੇ ਉਹ ਕੋਈ ਵੀ ਨਸ਼ਾ ਸੀਗਾ। ਔਰ ਪ੍ਰਮਾਤਮਾ ਨੇ ਵੀ ਹੱਥ ਦੇ ਕੇ, ਚਾਹੇ ਮੈਂ ਇਸ ਦਲਦਲ ਵਿੱਚ ਸੀਗਾ, ਪਰ ਉਹਨਾਂ ਨੇ ਮੈਨੂੰ ਇਸ ਜਿਹੜਾ ਦਲਦਲ ਤੋਂ ਬਚਾ ਕੇ ਰੱਖਿਆ। ਕਿ ਆਪ ਤੇ ਦਲਦਲ ਤੋਂ ਬਚੇ ਰਹੇ, ਲੇਕਿਨ ਬਹੁਤ ਸਾਰੇ ਜਿਹੜੇ ਯੂਥ ਨੇ, ਕਿੰਨੇ ਲੋਕ ਮਰੇ ਨੇ ਡਰੱਗਸ ਨਾਲ। ਉਦੋਂ ਯਾਦ ਆਇਆ ਕਿ ਜਿਹੜਾ ਉਹ ਦਲਦਲ 'ਚ ਕਿਸੇ ਮਾਂ ਦਾ ਬੱਚਾ ਜਿਹੜਾ ਉਹ ਵੀ ਵਿੱਚ ਜਾ ਰਿਹਾ ਹੋਵੇਗਾ, ਉਦੋਂ ਨਹੀਂ ਲੱਗਿਆ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ? ਕੀ ਵਜ੍ਹਾ ਸੀਗੀ ਵੀ ਜਿਹੜਾ ਪੈਸਾ ਕਮਾਉਣਾ ਸੀ ਜਾਂ ਸ਼ੋਹਰਤ ਚਾਹੀਦੀ ਸੀ, ਕੀ ਵਜ੍ਹਾ ਸੀ ਕਿ ਡਰੱਗਸ ਦਾ ਕੰਮ ਕੀਤਾ? ਇਹ ਜੋ ਡਰੱਗ ਦਾ ਕੰਮ ਸੀ, ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿ ਚੁੱਕਾ ਕਿ ਮੇਰੇ ਮਨ ਦਾ ਵਿਚਾਰ ਨਹੀਂ ਸੀਗਾ, ਮੇਰੀ ਮਜਬੂਰੀ ਸੀਗੀ। ਕਿਉਂਕਿ ਮੈਂ ਇੱਕ ਨੋਰਮਲ ਲਾਈਫ ਜੀ ਰਿਹਾ ਸੀਗਾ, ਇੱਕ ਮਜਬੂਰੀ ਸੀ। ਕਿਉਂਕਿ ਜੋ ਧਨਾੜ ਲੋਕ ਸੀ, ਮੇਰੇ ਐਂਟੀ ਸੀਗੇ, ਜੋ ਮੈਨੂੰ ਦਬਾਉਣਾ ਚਾਹੁੰਦੇ ਸੀ, ਉਹ ਇੰਨੇ ਕੁ ਪਾਵਰ 'ਚ ਸੀ ਕਿ ਮੈਂ ਨੋਰਮਲ ਲਾਈਫ ਦੇ ਵਿੱਚ ਉਹਨਾਂ ਦਾ ਟਕਰਾਅ ਨਹੀਂ ਸੀ ਕਰ ਸਕਦਾ। ਔਰ ਉਹਦੇ ਵਿੱਚ ਕੁਝ ਲੀਡਰ ਵੀ ਹੈ ਤੇ ਕੁਝ ਪੋਲੀਟੀਕਲ ਲੋਕ, ਸਾਰੇ ਕੌਣ ਲੀਡਰ ਸੀ? ਉਹਨਾਂ ਦਾ ਨਾਮ ਲੈਣਾ ਚਾਹੋਗੇ ਵੀ ਕਿਹੜੇ ਲੋਕ ਸੀਗੇ ਜਿਨ੍ਹਾਂ ਨਾਲ ਟੱਕਰ ਲੈਣ ਲਈ ਤੁਸੀਂ ਪੈਸਾ ਕਮਾਉਣਾ ਚਾਹਿਆ, ਹਥਿਆਰ ਲਿਆਂਦੇ, ਜਿਹੜੇ ਬੜੇ ਖਤਰਨਾਕ ਹਥਿਆਰ ਜਿਹੜੇ ਤੁਸੀਂ ਦੱਸ ਰਹੇ ਹੋ ਲੈ ਕੇ ਆਓ? ਕੌਣ ਲੋਕ ਸੀ ਜਿਹੜੇ ਇਹਦੇ ਪਿੱਛੇ ਸੀਗੇ? ਬਹੁਤ ਵਾਰੀ ਮੇਰੇ ਨਾਲ ਵਾਅਦਾ ਵੀ ਕੀਤਾ ਕਿ ਤੈਨੂੰ ਸੁਧਾਰ ਦਿੱਤਾ ਜਾਊਗਾ। ਉਹਨਾਂ ਦੇ ਛੋਟੇ-ਮੋਟੇ ਪਰਚੇ ਸੀਗੇ, ਮਤਲਬ ਇਲਾਕੇ ਦੇ ਵਿੱਚ ਨਿੱਕੀਆਂ-ਮੋਟੀਆਂ ਗੱਲਾਂ, ਉਹਨਾਂ ਗੱਲਾਂ ਨੂੰ ਲੈ ਕੇ ਮੈਨੂੰ ਯੂਜ਼ ਕਰਨਾ ਸ਼ੁਰੂ ਕਰਤਾ। ਹਰ ਕਿਸੇ ਲੀਡਰ ਨੇ, ਮਤਲਬ ਵੋਟ ਬੈਂਕ ਸੀਗਾ, ਲੋਕ ਮੇਰੇ ਨਾਲ ਤੁਰਦੇ ਸੀ, ਪ੍ਰੇਮ ਕਰਦੇ ਸੀ। ਕਿਉਂਕਿ ਜੇ ਐਵੇਂ ਦੀ ਕੋਈ ਗੱਲ ਹੁੰਦੀ, ਕਈ ਵਾਰੀ CID ਰਿਪੋਰਟ ਵੀ ਸਾਡੇ ਇਲਾਕੇ 'ਚੋਂ ਗਈ ਹੈ, ਸਾਡਾ ਇਲਾਕਾ ਕਦੀ ਵੀ ਮੇਰੇ ਖਿਲਾਫ ਨਹੀਂ ਬੋਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਮੈਨੂੰ ਹਾਲਾਤ ਜਿਹੜੇ ਇਸ ਪਾਸੇ ਲੈ ਕੇ ਆਏ ਨੇ। ਔਰ ਜਿਹੜੀ ਗੱਲ ਤੁਸੀਂ ਸਵਾਲ ਤੁਹਾਡਾ ਸੀਗਾ ਕਿ ਇਸ ਦਲਦਲ 'ਚ ਰਹਿੰਦਾ ਤੁਹਾਨੂੰ ਕਦੀ ਮਹਿਸੂਸ ਨਹੀਂ ਹੋਇਆ, ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰ ਦਿੰਦਾ ਚਾਹੁੰਦਾ ਕਿ ਜਦ ਤੱਕ ਮੈਨੂੰ ਇਹਦੇ ਸੇਕ ਬਾਰੇ, ਇਹਦੇ ਨੁਕਸਾਨ ਬਾਰੇ ਪਤਾ ਹੀ ਨਹੀਂ ਸੀ। ਇਹਦੇ ਬਾਰੇ ਜਦੋਂ ਮੈਨੂੰ ਇਹਦੇ ਨੁਕਸਾਨ ਦਾ ਪਤਾ ਲੱਗਾ ਕਿ ਇਹਦਾ ਨੁਕਸਾਨ, ਮੈਂ ਗੁਰਸਿੱਖ ਬੰਦਿਆਂ 'ਚ ਬੈਠਾ, ਉਹਨਾਂ ਨੇ ਮੈਨੂੰ ਸਮਝਾਇਆ, ਗੁਰੂ ਮਹਾਰਾਜ ਨਾਲ ਜੋੜਿਆ, ਬਾਣੀ ਪੜ੍ਹਨੀ, ਸੰਥਿਆ ਕਰਾਈ, ਔਰ ਉਹਨਾਂ ਨੇ ਨਾਲ ਨਾਲ ਮੈਨੂੰ ਇਸ ਬਾਰੇ ਦੱਸਿਆ। ਫਿਰ ਮੈਂ ਖੁਦ ਜੇਲ੍ਹਾਂ 'ਚ ਰਿਹਾ, ਜੇਲ੍ਹਾਂ 'ਚ ਲੋਕਾਂ ਦੇ ਹਾਲਾਤ ਵੇਖੇ, ਔਰ ਬਾਹਰੋਂ ਵੀ ਜੇਲ੍ਹ 'ਚ ਜਿਹੜੀ ਫੋਨ ਜਿਹੜੀ ਨੋਰਮਲ ਗੱਲ ਸੀ, ਬਾਹਰੋਂ ਵੀ ਹਾਲਾਤਾਂ ਦਾ ਪਤਾ ਲੱਗਦਾ ਸੀਗਾ ਕਿ ਅੱਜ ਸਾਡੇ ਪੰਜਾਬ ਦਾ ਕੀ ਹਾਲ ਆ। ਜੇ ਕੋਈ ਬੱਚਾ ਮੈਰਿਜ ਆ, ਉਹਦੇ ਗਾੜੀ ਬੱਚਾ ਨਹੀਂ ਦੀ ਪ੍ਰੋਬਲਮ, ਇਹ ਸਾਰੀ ਡਰੱਗ ਕਰਕੇ, ਹਰ ਚੀਜ਼ ਕਰਕੇ। ਔਰ ਘਰਾਂ 'ਚ ਲੜਾਈਆਂ, ਮਾਂ ਪਿਓ ਨੂੰ ਮਾਰ-ਕੁੱਟ, ਐਕਸੀਡੈਂਟ, ਕਿਉਂਕਿ ਓਵਰਡੋਜ਼ ਨਾਲ ਕਈ ਵਾਰੀ ਵੇਖਿਆ ਕਿ ਐਕਸੀਡੈਂਟ ਹੋਏ। ਇਹ ਸਾਰੀਆਂ ਚੀਜ਼ਾਂ ਜਦੋਂ ਮਤਲਬ ਮੈਨੂੰ ਦੇਖੀਆਂ, ਮੈਂ ਉਹਨਾਂ ਵੱਲ ਧਿਆਨ ਦਿੱਤਾ, ਔਰ ਮੈਨੂੰ ਕਿਸੇ ਨੇ ਮਨਾ ਨਹੀਂ ਕੀਤਾ ਕਿ ਤੂੰ ਇਹ ਕੰਮ ਨਾ ਕਰ, ਜਾਂ ਮੈਂ ਕਿਸੇ ਦੇ ਦਬਾਅ ਹੇਠ ਆ ਕੇ, ਕਿਉਂਕਿ ਮੈਂ ਕਦੀ ਕਿਸੇ ਦੇ ਦਬਾਅ ਹੇਠ ਰਿਹਾ ਨਹੀਂ। ਇਹੀ ਕਾਰਨ ਹੈ ਕਿ ਮੇਰੀ ਕਈ ਲੋਕਾਂ ਨਾਲ ਬਣਦੀ ਨਹੀਂ। ਤੁਸੀਂ ਥੋੜੀ ਦੇਰ ਪਹਿਲਾਂ ਆਪਣੀ ਭੁਪਿੰਦਰ ਸਿੰਘ ਗੱਲ ਹੋ ਰਹੀ ਸੀ ਕਿ ਸੰਵਿਧਾਨ ਦੀ ਗੱਲ ਕਰ ਰਹੇ ਸੀ ਤੁਸੀਂ, ਲੇਕਿਨ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਸੰਵਿਧਾਨ ਦੇ ਅਗੇਂਸਟ ਗਏ 40 ਪਰਚੇ, ਜਿਨ੍ਹਾਂ 'ਚ ਲੋਕਾਂ ਦਾ ਬੇਗੁਨਾਹਾਂ ਦਾ ਖੂਨ ਡੋਲਿਆ ਹੋਏਗਾ। ਪਛਤਾਵਾ ਹੁੰਦਾ ਉਸ ਚੀਜ਼ ਦਾ? ਔਰ ਉਦੋਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਕਿਉਂ ਉਡਾਈਆਂ ਤੁਸੀਂ? ਮਤਲਬ ਬੜੀ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਆਈ ਫॉर ਆਈ ਮੇਕਸ ਵਰਲਡ ਬਲਾਈਂਡ। ਜੇ ਆਪਾਂ ਇੱਕ ਦੂਜੇ ਦੀ ਅੱਖ ਨਹੀਂ ਸ਼ੁਰੂ ਕਰਤੀ ਤੇ ਸਾਰੀ ਦੁਨੀਆ ਨਹੀਂ ਹੋ ਜਾਏਗੀ। ਕਿਉਂ ਨਹੀਂ ਆਪਾਂ ਪੁਲਿਸ ਕੋਲ ਗਏ ਜਾਂ ਆਪਾਂ ਕੋਈ ਹੋਰ ਉਹਦਾ ਚਾਰਾ ਲੱਭਿਆ? ਕਿਉਂ ਗੈਂਗਸਟਰ ਬਣੇ? ਜਿਹੜੇ ਉਹ ਹਾਲਾਤ ਸੀ ਉਦੋਂ, ਕੋਈ ਵੀ ਸੁਣੋ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਿ ਜੇ ਸਾਡੇ ਕੋਲ 25,000 ਰੁਪਏ ਦੇ ਕੇ ਮੈਂ ਬੇਕਸੂਰ ਹੁੰਨਾ ਸੀਗਾ, ਤੇ ਮੈਂ ਬਿਨਾਂ ਪੈਸੇ ਦਿੱਤੇ ਵੀ ਤਾਂ ਬੇਕਸੂਰ ਸੀ। ਉਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਮੇਰੇ ਮਨ 'ਚ ਰੋਸ ਸੀਗਾ। ਫਿਰ ਜਦੋਂ ਇਸ ਲਾਈਨ ਤੇ ਮੈਂ ਤੁਰਿਆ, ਮੈਨੂੰ ਪਤਾ ਲੱਗਾ, ਹੁਣ ਮੈਂ ਸਾਫ਼ ਲਫ਼ਜ਼ਾਂ 'ਚ ਕਹਾਂ ਕਿ ਮੈਨੂੰ ਉਸ ਟਾਈਮ ਤੇ ਇੱਕ ਨਫ਼ਰਤ ਸੀ ਪ੍ਰਸ਼ਾਸਨ ਦੇ ਖਿਲਾਫ, ਸੰਵਿਧਾਨ ਦੇ ਖਿਲਾਫ, ਇੱਕ ਮਨ 'ਚ ਰੋਸ ਸੀਗਾ, ਨਫ਼ਰਤ ਸੀਗੀ। ਔਰ ਉਸ ਨਫ਼ਰਤ ਦੇ ਚੱਲਦਿਆਂ ਉਹ ਇੰਨਾ ਵੱਡਾ ਜਿਹੜਾ ਨੁਕਸਾਨ ਹੋਇਆ ਮੇਰੀ ਲਾਈਫ ਦਾ ਵੀ, ਮੇਰੇ ਪਰਿਵਾਰ ਦਾ, ਔਰ ਜਿੰਨਾ ਨੌਜਵਾਨਾਂ ਦਾ, ਕਈਆਂ ਦਾ ਮੇਰੇ ਕਰਕੇ ਹੋਇਆ, ਔਰ ਉਸ ਦਾ ਸਾਰਾ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਸਮਝਦਾ। ਉਹ ਇਲੈਕਸ਼ਨ 'ਚ ਵੀ ਯੂਥ ਨੂੰ ਯੂਜ਼ ਕਰਦੇ ਆ, ਗੈਂਗਸਟਰਸ ਨੂੰ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਇਲੈਕਸ਼ਨਸ ਵੇਲੇ ਡਰਾਉਣ ਲਈ, ਧਮਕਾਉਣ ਲਈ ਵੋਟਰਾਂ ਨੂੰ ਜਾਂ ਵਿਰੋਧੀ ਪਾਰਟੀ ਨੂੰ
ਪੰਜਾਬ 'ਚ ਇੱਕ ਪਿਛਲੇ ਕੁਝ ਸਾਲਾਂ ਤੋਂ ਚੱਲਣ ਹੋਇਆ, ਕਹਿੰਦੇ 57 ਐਕਟਿਵ ਗੈਂਗ ਪੰਜਾਬ 'ਚ ਨੇ ਜਿਹੜੇ ਪੋਲੀਟੀਸ਼ੀਅਨ ਯੂਜ਼ ਕਰਦੇ ਸੀਗੇ। ਤੁਹਾਨੂੰ ਵੀ ਯੂਜ਼ ਕੀਤਾ ਗਿਆ? ਬਿਲਕੁਲ ਜੀ। ਜਦੋਂ ਕੋਈ ਪਾਵਰ ਹੱਥ 'ਚ ਆਉਂਦੀ, ਪੋਲੀਟੀਸ਼ੀਅਨ ਦਾ ਲਾਲਚ ਕੀ ਆ? ਵੋਟ ਬੈਂਕ। ਪੋਲੀਟੀਸ਼ੀਅਨ ਨੂੰ ਨਾ ਸਾਡੇ ਚਿਹਰੇ ਨਾਲ ਮਤਲਬ ਆ, ਨਾ ਸਾਡੀ ਕਿਸੇ ਚੀਜ਼ ਨਾਲ ਮਤਲਬ ਨਹੀਂ। ਪੋਲੀਟੀਸ਼ੀਅਨ ਨੂੰ ਮਤਲਬ ਆ ਸਿਰਫ ਸਾਡੇ ਵੋਟ ਬੈਂਕ ਨਾਲ। ਔਰ ਵੋਟ ਬੈਂਕ ਕਿੱਥੋਂ ਲੈਣਾ ਵਾ? ਉਹ ਚਾਹੇ ਕੋਈ ਡੇਰੇਦਾਰ ਆ, ਚਾਹੇ ਕੋਈ ਸਾਧ ਆ, ਚਾਹੇ ਕੋਈ ਗੈਂਗਸਟਰ ਆ। ਪੋਲੀਟੀਸ਼ੀਅਨ ਨੂੰ ਸਿਰਫ ਮਤਲਬ ਆ ਵੋਟ ਨਾਲ। ਔਰ ਇਹੀ ਚੀਜ਼ ਆ ਗੈਂਗਸਟਰ ਨੂੰ ਬੜਾਵਾ ਦੇਣ ਦੀ, ਕਿਉਂਕਿ ਜਦੋਂ ਕਿਸੇ ਕੋਲ ਤਾਕਤ ਆ, ਵੋਟ ਬੈਂਕ ਆ, ਸਰਕਾਰਾਂ ਉਹਦੇ ਘਰ ਜਾਂਦੀਆਂ, ਉਹਦੇ ਕਹਿਣਾ ਮੰਨਦੀਆਂ। ਨੈਚੁਰਲੀ ਗੱਲ, ਜਿਹੜਾ ਕ੍ਰਿਮੀਨਲ ਬੰਦਾ ਉਹ ਕੋਈ ਗਲਤ ਕੰਮ ਹੀ ਲਊਗਾ ਸਰਕਾਰ ਕੋਲੋਂ, ਜਾਂ ਸਰਕਾਰ ਦੇ ਕਹਿਣੇ ਤੇ ਗਲਤ ਕੰਮ ਹੀ ਕਰੂਗਾ। ਜਦੋਂ ਸਰਕਾਰ ਨੇ ਕੋਈ ਖੁਦ ਗਲਤ ਕੰਮ ਲਿਆ ਕਿ ਤੂੰ ਲੋਕਾਂ ਨੂੰ ਧਮਕਾ, ਡਰਾ, ਤੇ ਫਿਰ ਉਹ ਵੀ ਤਾਂ ਗਲਤ ਕੰਮ ਹੀ ਕਰੂਗਾ। ਔਰ ਇਹੀ ਚੀਜ਼ਾਂ ਹੁੰਦੀਆਂ ਕਿ ਗੈਂਗਸਟਰ ਨੂੰ ਯੂਜ਼ ਕੀਤਾ ਜਾਂਦਾ। ਫਿਰ ਸਮਾਂ ਆਉਣ ਤੇ ਉਹੀ ਸਰਕਾਰਾਂ ਜਿਹੜੀਆਂ ਹੱਥ ਖਿੱਚ ਲੈਂਦੀਆਂ ਕਿ ਸਾਡਾ ਇਸ ਗੈਂਗਸਟਰ ਨਾਲ ਕੋਈ ਲਿੰਕ ਨਹੀਂ। ਅਕਸਰ ਅਸੀਂ ਦੇਖਦੇ ਹਾਂ ਜੇਲ੍ਹ ਦੇ ਵਿੱਚ ਫੇਸਬੁੱਕ ਪੇਜ ਬਣੇ ਹੋਏ ਆ ਗੈਂਗਸਟਰਸ ਦੇ, ਉੱਤੇ ਬੜਾ ਗਲੋਰੀਫਾਈ ਕੀਤਾ ਜਾਂਦਾ। ਕੋਈ ਜਨਮ ਦਿਨ ਮਨਾ ਰਿਹਾ, ਕੋਈ ਵੀਡੀਓ ਬਣਦਾ। ਸੱਚਾਈ ਕੀ ਹੈ? ਜੇਲ੍ਹ 'ਚ ਕਿਵੇਂ ਪਹੁੰਚ ਜਾਂਦੇ ਆ? ਫੋਨ ਪਹੁੰਚ ਜਾਂਦੇ ਆ, ਕੇਕ ਪਹੁੰਚ ਰਹੇ ਆ? ਦੇਖੋ, ਇਹ ਕੁਝ ਗੱਲਾਂ ਜੇਲ੍ਹ ਪ੍ਰਸ਼ਾਸਨ ਤੇ ਲਾਗੂ ਹੁੰਦੀਆਂ। ਜੋ ਮੈਂ ਪਹਿਲਾਂ ਵੀ ਬੋਲ ਚੁੱਕਾ ਕਿ ਜੋ ਲੋਕ ਆਪਣੀ ਖਾਕੀ ਦੀ ਕਦਰ ਨਹੀਂ ਕਰਦੇ ਜਾਂ ਉਹਦੀ ਤਾਕਤ ਨੂੰ ਸਮਝਦੇ ਨਹੀਂ ਆ, ਕਿਸੇ ਲੀਡਰ ਦਾ ਫੋਨ ਆ ਗਿਆ ਜਾਂ ਕੁਝ ਪੈਸੇ ਲੈ ਕੇ ਅੰਦਰ ਕੋਈ ਚੀਜ਼ ਪ੍ਰੋਵਾਈਡ ਕਰਨਾ, ਦੇਣਾ, ਹਾਂ, ਜੋ ਜੇਲ੍ਹ ਮੈਨੂਅਲ 'ਚ ਲਿਖਿਆ ਉਸ ਨਾਲ ਸੰਬੰਧਿਤ ਕੋਈ ਵੀ ਚੀਜ਼ ਆ ਉਹ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰੋ। ਐਵੇਂ ਦੀਆਂ ਕਈ ਚੀਜ਼ਾਂ ਕਿ ਜੋ ਜੇਲ੍ਹ ਮੈਨੂਅਲ 'ਚ ਹੈਗੀਆਂ, ਜੇਲ੍ਹ ਦੇ ਵਿੱਚ ਕਾਗਜ਼ਾਂ 'ਚ ਜ਼ਰੂਰ ਹੈਗੀਆਂ, ਅੰਦਰ ਨਹੀਂ ਹੈਗੀਆਂ। ਜਿਵੇਂ ਕਿ ਸਪੋਰਟਸ ਦੀ ਗੱਲ ਕਰੀਏ, ਡਾਈਟ ਦੀ ਗੱਲ ਕਰੀਏ, ਐਵੇਂ ਦਾ ਕੁਝ ਨਹੀਂ ਹੈਗਾ। ਔਰ ਜੋ ਬੰਦਾ ਪੈਸੇ ਖਰਚਦਾ ਉਹਦੇ ਕੋਲ ਉਹ ਵੀ ਚੀਜ਼ਾਂ ਹੈਗੀਆਂ ਜੋ ਜੇਲ੍ਹ ਮੈਨੂਅਲ 'ਚ ਨਹੀਂ ਆਉਂਦੀਆਂ। ਇਹਦਾ ਕਾਰਨ ਇਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਕੁਤਾਹੀ, ਔਰ ਕਿਸੇ ਲੀਡਰ ਦੀ ਵੀ ਕਹਿ ਸਕਦੇ ਹੋ, ਕਿਉਂਕਿ ਜੇਲ੍ਹ ਮੰਤਰੀ ਆ ਸਾਡੇ, ਔਰ ਉਹਨਾਂ ਦਾ ਜ਼ਿੰਮੇਵਾਰੀ ਹੈ ਇੱਕ ਪੰਜਾਬ ਲਈ ਉਹਨਾਂ ਦੀ ਕਿ ਉਹ ਪੰਜਾਬ ਨੂੰ ਬਚਾਉਣ। ਔਰ ਇਹ ਸੁਧਾਰ ਘਰ ਹੈ, ਇਹ ਸੁਧਾਰ ਘਰ ਹੀ ਬਣ ਕੇ ਰਹਿਣ, ਵਿਗਾੜ ਘਰ ਨਾ ਬਣਨ। ਪਰ ਕਿਤੇ ਨਾ ਕਿਤੇ ਮੰਤਰੀ ਸਾਹਿਬ ਜਿਹੜੇ ਅਸਫਲ ਸਾਬਤ ਹੁੰਦੇ ਆ। ਜਿਹੜੇ ਜੇਲ੍ਹ ਮੰਤਰੀ ਹੈ ਉਹਨਾਂ ਦਾ ਲਗਾਤਾਰ ਅਸੀਂ ਦੇਖਿਆ ਪਿਛਲੇ 3 ਸਾਲ ਸਰਕਾਰ 'ਚ ਉਹਨਾਂ ਦੀ ਕੋਸ਼ਿਸ਼ ਹੈ ਕਿ ਹਰ ਜੇਲ੍ਹ 'ਚ ਜੈਮਰ ਲਾਏ ਜਾਣ, ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਬਾਹਰੋਂ ਪੁਲਿਸ ਜਿਹੜੀ ਹੈ ਉਹਨੂੰ ਜੇਲ੍ਹਾਂ ਤੇ ਲਿਆਂਦਾ ਜਾਵੇ ਤਾਂ ਕਿ ਜਿਹੜਾ ਨੈਕਸਸ ਟੁੱਟੇ। ਜਿਹੜਾ ਮੈਂ ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਕਿ ਬਾਹਰੋਂ ਫੋਰਸ ਲਿਆਉਣਾ ਚਾਹੁੰਦੇ। ਸਾਡੇ ਪੰਜਾਬ 'ਚ ਬਹੁਤ ਬੇਰੁਜ਼ਗਾਰੀ ਹੈ, ਔਰ ਇਹ ਆਪਣੀ ਜਿਹੜੀ ਭਰਤੀ ਆ ਨੌਜਵਾਨਾਂ ਨੂੰ ਮਤਲਬ ਜੇਲ੍ਹ ਪੁਲਿਸ 'ਚ ਭਰਤੀ ਕਰਨ। ਜ਼ਿਆਦਾਤਰ ਜੇਲ੍ਹਾਂ ਦੇ ਵਿੱਚ ਸੁਣਨ 'ਚ ਆਉਂਦਾ ਸੀਗਾ ਕਿ ਸਾਡੇ ਕੋਲ ਜਿਹੜੀ ਗਾਰਡ ਦਾ ਉਹ ਘੱਟ ਆ, ਵੀ ਨਫਰੀ ਘੱਟ ਆ, ਤੇ ਨਫਰੀ ਘੱਟ ਆ, ਤੇ ਇਹਨਾਂ ਨੇ ਜਿਹੜੇ ਬਾਹਰ ਪੈਸੇ ਖਰਚਣੇ, ਇੱਥੇ ਨੌਜਵਾਨਾਂ ਨੂੰ ਭਰਤੀਆਂ ਦੇ ਨਾਲ ਰੋਜ਼ਗਾਰ ਮਿਲਣਗੇ, ਤੇ ਨੌਜਵਾਨ ਇਸ ਗੱਲ ਨੂੰ ਅਵੋਇਡ ਵੀ ਕਰਨਗੇ ਗੈਂਗਸਟਰ ਬਣਨ ਤੋਂ। ਉਹਨਾਂ ਨੂੰ ਜਦੋਂ ਰੋਜ਼ਗਾਰ ਮਿਲ ਗਿਆ ਤੇ ਇਸ ਪਾਸੇ ਉਹਨਾਂ ਨੂੰ ਨੌਕਰੀਆਂ ਦੇਣ। ਦੂਸਰੀ ਗੱਲ ਇਹ ਹੈ ਕਿ ਜਿਹੜੀ ਕਿਸੇ ਵੀ ਹੱਦ ਤੱਕ ਕੀਮਤ ਜਿਹੜੀ ਆ ਚੱਲ ਜਾਂਦੀ ਹੈ। ਜਦੋਂ ਮੰਨ ਲਓ ਕਿ ਮੈਂ ਮਨ 'ਚ ਸੋਚ ਲਿਆ ਕਿ ਮੈਂ ਫੋਨ ਮੰਗਵਾਉਣਾ, ਉਹਦੇ ਲਈ 5000 ਕੀ ਤੇ 50000 ਕੀ, ਜਦੋਂ ਮੈਂ ਸੋਚ ਹੀ ਲਿਆ ਕਿ ਮੈਂ ਮੰਗਵਾਉਣਾ, ਇਹਦੀ ਕੋਈ ਵੀ ਕੀਮਤ ਹੋ ਸਕਦੀ ਹੈ। ਇਹ ਪੈਸਾ ਜਦੋਂ ਫੋਨ ਆ ਗਿਆ, ਜਦੋਂ ਲੋਕਾਂ ਨੂੰ ਕਾਲਸ ਕਰਕੇ ਧਮਕਾਉਣਾ, ਕਿਉਂਕਿ ਉਹਦੇ ਤੇ ਸਾਰਾ ਕੁਝ ਚੱਲਦਾ, ਫੋਨ ਤੇ ਸਾਰਾ ਕੁਝ ਚੱਲਣਾ, ਧਮਕੀਆਂ ਲੱਗਣੀਆਂ, ਇੰਟਰਨੈਟ ਕਾਲ ਜਾਣੀ। YouTube ਤੇ ਵੀਡੀਓ ਦੇਖਦੇ ਸੀ ਵੀ ਸੋਨੂ ਕੰਗਲਾ ਨੇ ਜਦੋਂ ਜਾਣਾ ਨਾਲ ਫੋਰਸ ਜਾ ਰਹੀ ਹੈ, ਬੜੇ ਬੜੇ ਤਿਆਰ ਹੋ ਕੇ ਇੱਕ ਹੀਰੋ ਦੀ ਤਰ੍ਹਾਂ ਐਂਟਰੀ ਸੀ। ਹੁਣ ਮੈਂ ਦੇਖ ਰਿਹਾ ਕਿ ਬਾਣਾ ਹੀ ਚੇਂਜ ਹੋ ਗਿਆ, ਪੂਰਾ ਆਪਣਾ ਸਿੱਖੀ ਦੇ ਬਾਣੇ ਵੱਲ ਆਏ। ਕਿੰਨੇ ਪ੍ਰੇਰਿਤ ਕੀਤਾ? ਆਮ ਤੌਰ ਤੇ ਕਹਿੰਦੇ ਆ ਕਿ ਜੇਲ੍ਹ ਸੁਧਾਰ ਘਰ ਹੁੰਦੀ, ਲੇਕਿਨ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਕਹਿੰਦੇ ਵੀ ਜਿਹੜਾ ਇੱਕ ਵਾਰ ਅੰਦਰ ਜਾਂਦਾ ਉਹ PhD ਕਰਕੇ ਆਂਦਾ ਜ਼ੁਰਮ ਦੀ। ਕੀ ਸੱਚਾਈ ਹੈ ਔਰ ਕਿਵੇਂ ਤੁਹਾਡਾ ਮੋੜਾ ਪਿਆ? ਸੋਨੂ ਕੰਗਲਾ ਭੁਪਿੰਦਰ ਸਿੰਘ ਦੁਬਾਰਾ ਕਿਵੇਂ ਬਣਿਆ? ਇਹ ਜੀ ਮੇਰਾ ਜਿਹੜਾ ਚਲਾਨਾ ਦਾ ਦੌਰ ਹੈ ਲਗਾਤਾਰ ਚੱਲ ਰਿਹਾ ਸੀ। ਮੈਨੂੰ 2-3 ਮਹੀਨੇ ਤੋਂ ਵੱਧ ਕਿਸੇ ਜੇਲ੍ਹ 'ਚ ਨਹੀਂ ਸੀ ਰੱਖਿਆ ਜਾਂਦਾ। ਕਰੀਬ ਪੰਜਾਬ ਦੀਆਂ ਲਗਭਗ ਸਾਰੀਆਂ ਜੇਲ੍ਹਾਂ ਜਿਹੜਾ ਮੇਰਾ ਚਲਾਨ ਪੈ ਚੁੱਕਾ। ਔਰ ਇਹਨਾਂ ਚਲਾਨ ਦੇ ਦੌਰਾਨ ਮੇਰਾ ਚਲਾਨ ਸ਼੍ਰੀ ਮੁਕਤਸਰ ਸਾਹਿਬ ਸੁਪਰਡੈਂਟ ਸਾਹਿਬ ਸਰਦਾਰ ਸ਼ਿਵਰਾਜ ਸਿੰਘ ਨੰਦਗੜ੍ਹ ਜੀ ਦੀ ਜੇਲ੍ਹ 'ਚ ਪਿਆ, ਜਿੱਥੇ ਕਿ ਉਹ ਬਤੌਰ ਸੁਪਰਡੈਂਟ ਸੀਗੇ। ਔਰ ਉੱਥੇ ਮੇਰਾ ਚਲਾਨ ਪਿਆ। ਉਹਨਾਂ ਨਾਲ ਮੇਰਾ ਜਦੋਂ ਮੇਲ ਹੋਇਆ, ਜੋ ਮੇਰੀ ਰਿਪੋਰਟ ਸੀਗੀ ਇੰਟੈਲੀਜੈਂਸ ਸੀ, ਉਸ ਰਿਪੋਰਟ ਦੇ ਮੁਤਾਬਕ ਉਹ ਮੇਰੇ ਨਾਲ ਬਹੁਤ ਸਖਤ ਪੇਸ਼ ਹੋਏ। ਔਰ ਉਹਨਾਂ ਨੂੰ ਦੇਖ ਕੇ ਮੈਨੂੰ ਕੁਝ ਵਧੀਆ ਲੱਗਾ ਕਿ ਕੋਈ ਸੰਪੂਰਨ ਇਨਸਾਨ ਗੁਰੂ ਨੂੰ ਮੰਨਣ ਵਾਲਾ ਖੜਾ, ਕਿਉਂਕਿ ਉਹਨੂੰ ਮੈਂ ਹਰ ਲਾਲਚ ਦੇ ਕੇ ਦੇਖਿਆ, ਪੈਸੇ ਵੀ ਮਤਲਬ ਜੋ ਵੀ ਚੱਲਦਾ ਸੀ ਆਮ ਜੇਲ੍ਹਾਂ 'ਚ, ਪਰ ਮੈਨੂੰ ਉਹ ਕਿਸੇ ਵੀ ਗੱਲ ਤੇ ਵਿਕੇ ਨਹੀਂ ਨਾ, ਮਤਲਬ ਉਹਨਾਂ 'ਚ ਕੁਝ ਝੁਕਣ ਵਾਲੀ ਗੱਲ ਸੀ। ਫਿਰ ਉਹਨਾਂ ਨੇ ਮੈਨੂੰ ਉੱਥੇ ਗੁਟਕਾ ਸਾਹਿਬ ਦਿੱਤਾ ਔਰ ਮੈਨੂੰ ਬਾਣੀ ਨਾਲ ਜੋੜਨ ਦੀ ਕੋਸ਼ਿਸ਼ਾਂ ਜਿਹੜੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਉਣਾ, ਫਿਰ ਉਹਨਾਂ ਨੇ ਅੰਦਰ ਜਿਹੜੇ ਆ ਧਾਰਮਿਕ
ਪ੍ਰੋਗਰਾਮ ਕੀਤੇ ਉਲੀਕੇ, ਉਹਨਾਂ 'ਚ ਸਾਨੂੰ ਸਪੈਸ਼ਲੀ ਬੁਲਾਉਣਾ, ਨਹੀਂ ਤੇ ਗੈਂਗਸਟਰ ਨੂੰ ਹਦਾਇਤ ਹੁੰਦੀ ਹੈ ਕਿ ਉਹਦੀ ਜਿਹੜੀ ਚੱਕੀ ਆ ਉਹ 'ਚੋਂ ਬਾਹਰ ਨਹੀਂ ਕੱਢਣਾ। ਉਹਨਾਂ ਨੇ ਆਪਣੇ ਰਿਸਕ ਤੇ ਮੈਨੂੰ ਉੱਥੇ ਲੈ ਕੇ ਜਾਣਾ, ਔਰ ਉੱਥੋਂ ਜਿਹੜੀ ਆ ਬਾਣੀ ਦਾ ਪ੍ਰਚਾਰ ਸੀਗਾ ਘੰਟਾ 2 ਘੰਟੇ ਜਿੰਨੀ ਦੇਰ ਚੱਲਦਾ ਸੀਗਾ, ਮੈਨੂੰ ਉੱਥੇ ਬਿਠਾ ਕੇ ਔਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੇ ਮੈਨੂੰ ਸੇਫ ਆਪਣੇ ਸੈੱਲ 'ਚ ਮੇਰੇ 'ਚ ਬੰਦ ਕਰਕੇ ਜਾਣਾ। ਔਰ ਇਹਨਾਂ ਗੱਲਾਂ ਨੂੰ ਲੈ ਕੇ ਮੇਰਾ ਜਿਹੜਾ ਵੀ ਮਨ ਦਾ ਝੁਕਾਅ ਉਹਨਾਂ ਵੱਲ ਨੂੰ ਹੋ ਗਿਆ, ਔਰ ਉਹਨਾਂ ਨੇ ਜੋ ਕਹਿਣਾ, ਉਹਨਾਂ ਨੇ ਮੈਨੂੰ ਬੁੱਕਸ ਦਿੱਤੀਆਂ, ਗੁਟਕਾ ਸਾਹਿਬ ਤਾਂ ਦਿੱਤਾ, ਫਿਰ ਉਹਨਾਂ ਨੇ ਮੈਨੂੰ ਬੁੱਕਸ ਦਿੱਤੀਆਂ ਕਿ ਕਈ ਲੋਕ ਧਾਰਮਿਕ ਜੀਵਨ ਵਾਲੇ ਜਿਨ੍ਹਾਂ ਦਾ ਜੀਵਨ ਸੀਗਾ, ਉਹਨਾਂ ਇਨਸਾਨਾਂ ਦੀ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਸੀ ਉਹ ਮੈਨੂੰ ਦਿੱਤੀਆਂ। ਉਹਨਾਂ ਨੂੰ ਪੜ੍ਹ ਕੇ ਮੇਰਾ ਜਿਹੜਾ ਦਿਮਾਗ ਸੀਗਾ ਉਹਨਾਂ ਨੇ ਪਹਿਲਾਂ ਬਿਲਕੁਲ ਵਾਸ਼ ਕਰਤਾ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਕਿ ਮੈਨੂੰ ਇਸ ਲਾਈਨ ਤੋਂ ਕਿਸੇ ਨੇ ਵਾਪਸ ਆਉਣ ਲਈ ਨਹੀਂ ਕਿਹਾ, ਮੈਂ ਖੁਦ ਹੀ ਆਇਆ, ਨਾ ਕਿਸੇ ਦੇ ਦਬਾਅ ਹੇਠ ਆਇਆ। ਔਰ ਇਹ ਜਿਹੜਾ ਸੀ ਦੌਰ ਕਿੱਥੋਂ ਸ਼ੁਰੂ ਹੋਇਆ, ਇਹ ਮੁਕਤਸਰ ਸਾਹਿਬ ਜੇਲ੍ਹ ਤੋਂ ਜਿਹੜਾ ਨਾ ਸ਼ੁਰੂ ਹੋਇਆ। ਪਹਿਲੀ ਵਾਰ ਜੱਗੂ ਭਗਵਾਨਪੁਰੀਆ ਨਾਲ ਕਿੱਥੇ ਮੁਲਾਕਾਤ ਹੋਈ ਸੀ, ਔਰ ਕਿੱਡਾ ਵੱਡਾ ਨਾਮ ਹੈ ਜੁਰਮ ਦੀ ਜਿਹੜੀ ਇੱਕ ਦੁਨੀਆ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਦਾ? ਜੱਗੂ ਭਗਵਾਨਪੁਰੀਆ ਅੱਜ ਪੰਜਾਬ ਦੇ ਗੈਂਗਸਟਰ 'ਚ ਇਹ ਕੈਟਾਗਰੀ ਦਾ ਗੈਂਗਸਟਰ, ਔਰ ਕਿਸੇ ਟਾਈਮ ਮੇਰਾ ਸਾਥੀ ਰਹਿ ਚੁੱਕੇ। ਮੈਂ ਅੰਮ੍ਰਿਤਸਰ ਜੇਲ੍ਹ ਸੀ, ਮੈਨੂੰ ਯਾਦ ਆ 2013 ਦੀ ਗੱਲ ਆ, ਇਹ ਮੱਤੇਵਾਲ ਤੋਂ ਅਰੈਸਟ ਹੋਏ ਸੀਗੇ, ਔਰ ਇਹਦੇ ਮੈਨੂੰ ਫੋਨ ਆਏ, ਇਹਦੇ ਬਾਰੇ ਸ਼ੇਰਾ ਸੀਗਾ ਮੁੰਡਾ ਪਾਰੋਵਾਲੀਆ, ਔਰ ਸਾਡਾ ਧਾਲੀ ਵੀਰ ਆ ਸ਼ਿਕਾਰ ਮਾਸ਼ਕੀਆਂ ਤੋਂ, ਤੇ ਸੋਨੂ ਮੋਟਾ, ਇਹਨਾਂ ਸਾਰਿਆਂ ਦਾ ਮਤਲਬ ਸੋਨੂ ਮੋਟਾ ਬਾਹਰ ਸੀਗਾ ਦੀ ਫੋਨ ਆਇਆ ਕਿ ਜੱਗੂ ਦਾ ਧਿਆਨ ਰੱਖੀ, ਆਪਣਾ ਮਤਲਬ ਛੋਟਾ ਵੀਰ ਆ ਤੇ ਬੱਚਾ ਪਹਿਲੀ ਵਾਰੀ ਜੇਲ੍ਹ 'ਚ ਆਉਣ ਲੱਗਾ। ਹੁਣ ਕੀ ਵਜ੍ਹਾ ਹੋਈ? ਕਹਿੰਦੇ ਵੀ ਤੁਸੀਂ ਦੋਨੋਂ ਦੁਸ਼ਮਣ ਬਣੇ ਹੋਏ ਹੋ, ਜੱਗੂ ਭਗਵਾਨਪੁਰੀਆ ਜਿਹੜਾ ਹੈ ਉਹ ਵੀ ਤੁਹਾਡੇ ਖੂਨ ਦਾ ਪਿਆਸਾ ਹੋਇਆ ਹੋਇਆ। ਦੇਖੋ ਜਿਹੜੀ ਗੈਂਗਸਟਰ ਲਾਈਨ ਆ ਇਹਦੇ 'ਚ ਤਾਂ ਇਹੀ ਚੱਲਦਾ ਕਿ ਹਰ ਕੋਈ ਇਨਸਾਨ ਇੱਕ ਨੂੰ ਸੱਟਣ ਦੀ ਕੋਸ਼ਿਸ਼ ਕਰਦਾ, ਜਾਂ ਉਹਨੂੰ ਗਿਰਾਉਣ ਦੀ ਜਾਂ ਮਾਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਸਿਆਸਤ 'ਚ ਚੱਲਦਾ ਕਿ ਲੀਡਰ ਨੂੰ ਹਰਾ ਦਿਓ, ਜਿਹੜੀ ਗੈਂਗਸਟਰ ਲਾਈਨ ਇਹਦੇ 'ਚ ਇਹੀ ਹੈ ਕਿ ਇਹਨੂੰ ਮਾਰ ਦਿਓ। ਮੈਨੂੰ ਜੋ ਵੀ ਮੇਰੇ ਦੇਖਣ 'ਚ ਆਇਆ, ਮੈਨੂੰ ਹਲੇ ਦੇਖਣ ਨੂੰ ਇਦਾਂ ਦਾ ਕੁਝ ਨਹੀਂ ਮਿਲਿਆ, ਪਰ ਹਰ ਕੋਈ ਇਨਸਾਨ ਇਹੀ ਕਹਿੰਦਾ ਕਿ ਉਹ ਐਵੇਂ ਸੋਚਦਾ। ਜੇ ਉਹ ਸੋਚਦਾ ਤੇ ਹੋ ਸਕਦਾ ਕਿ ਸ਼ਾਇਦ ਮੈਂ ਉਹ ਲਾਈਨ ਜਿਹੜੀ ਛੱਡ ਚੁੱਕਾ, ਉਹਦੇ ਮਨ 'ਚ ਉਹ ਵੀ ਰੋਸ ਹੋ ਸਕਦਾ, ਜਾਂ ਕੁਝ ਹੋਰ ਕੀ ਗੱਲ ਹੋਏਗੀ ਉਹਦੇ ਮਨ ਦੇ ਵਿੱਚ। ਪਰ ਅੱਜ ਤੱਕ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਸਾਡੇ 'ਚ ਕੋਈ ਗੱਲ ਇਦਾਂ ਦੀ ਕੋਈ ਹੋਈ ਨਹੀਂ ਐਵੇਂ ਦੀ ਕਿ ਮਤਲਬ ਜਿਹਨੂੰ ਆਪਾਂ ਬਹੁਤ ਵੱਡਾ ਕਾਰਨ ਕਹਿ ਸਕੀਏ। ਕੀ ਜ਼ਿੰਦਗੀ 'ਚ ਗਵਾਇਆ ਗੈਂਗਸਟਰ ਬਣ ਕੇ? ਵਿਆਹ ਵੀ ਸ਼ਾਇਦ ਤੁਹਾਡਾ ਜੇਲ੍ਹ 'ਚ ਹੋਇਆ ਸੀ, ਜਿਹੜੀ ਤੁਹਾਡੀ ਪਤਨੀ ਉਹਨਾਂ ਦੀ ਫੋਟੋ ਦੇ ਨਾਲ, ਉਹ ਕੀ ਵਾਕਿਆ ਸੀ, ਔਰ ਹੋਰ ਕੀ ਕੀਮਤ ਅਦਾ ਕਰਨੀ ਪਈ ਗੈਂਗਸਟਰ ਬਣਨ ਦੀ, ਜਿਹੜੀ ਲੰਬੀ ਕੀਮਤ ਚੁਕਾਈ ਹੋਊਗੀ? ਗੈਂਗਸਟਰ ਬਣਨ ਦੀ ਜਿਹੜਾ ਮੇਰਾ ਮੈਰਿਜ ਹੋਈ ਉਹ ਵੀ ਫੋਟੋ ਤੇ ਹੀ ਕਰਵਾਈ ਗਈ। ਮੈਂ ਤਾਂ ਜੇਲ੍ਹ ਸੀਗਾ ਜਦੋਂ, ਔਰ ਮੈਨੂੰ ਜ਼ਮਾਨਤ ਨਹੀਂ ਮਿਲੀ, ਔਰ ਮੇਰੀ ਬੇਟੀ 9 ਸਾਲ ਦੀ ਹੋ ਚੁੱਕੀ ਹੈ। ਜਦੋਂ ਮੈਂ ਦੁਬਾਰਾ ਜੇਲ੍ਹ 'ਚ ਗਿਆ ਤੇ ਮੇਰੀ ਬੇਟੀ 1.5 ਸਾਲ ਦੀ ਸੀ, ਵਾਪਸ ਆਇਆ 9 ਸਾਲ ਦੀ ਸੀ ਬੇਟੀ ਮੇਰੀ। ਔਰ ਉਹਦਾ ਬਚਪਨ ਮੇਰੇ ਨਾਲ ਜੋ ਇੱਕ, ਕਿਉਂਕਿ ਮੈਂ ਖੁਦ ਆਪਣੇ ਫਾਦਰ ਸਾਹਿਬ ਤੋਂ ਬਿਨਾ ਜਿਹੜੀ ਲਾਈਫ ਕੱਟੀ ਹੈ, ਮੈਂ ਉਹ ਚੀਜ਼ ਸਮਝਦਾ ਕਿ ਇੱਕ ਬੱਚੇ ਦੀ ਲਾਈਫ 'ਚ ਉਹਦੇ ਪਿਤਾ ਦੀ ਜਿਹੜੀ ਅਹਿਮੀਅਤ ਆ ਕੀ ਹੁੰਦੀ ਹੈ। ਔਰ ਇਸ ਚੀਜ਼ ਨੂੰ ਮੈਂ ਮਹਿਸੂਸ ਕਰਦਾ ਕਿ ਮੈਂ ਆਪਣੀ ਬੇਟੀ ਤੋਂ ਦੂਰ ਰਹਿ ਕੇ ਉਹਦਾ ਜਿਹੜਾ ਬਚਪਨ ਸੀ ਉਹਨੂੰ ਖਰਾਬ ਕੀਤਾ, ਜਾਂ ਮਹਿਸੂਸ ਕਰਦਾ ਕਿ ਉਹਨੂੰ ਹਰ ਕਦਮ ਤੇ ਹਰ ਜਗ੍ਹਾ ਮੇਰੀ ਜ਼ਰੂਰਤ ਸੀ। ਔਰ ਇਹੀ ਚੀਜ਼ਾਂ ਮੈਂ ਹਰ ਕਿਸੇ ਨੂੰ ਮੈਸੇਜ ਦਿੰਦਾ ਕਿ ਜੇ ਸਾਡੇ ਪਰਿਵਾਰ ਵੱਲ ਦੇਖੋ, ਮੈਂ ਕਿਸੇ ਗੈਂਗਸਟਰ ਦੀ ਗੱਲ ਨਹੀਂ ਕਰਦਾ, ਜੇ ਕਿਸੇ ਨੇ ਉਹਦੀ ਅੰਦਰ ਤੱਕ ਜਾਣਾ, ਉਹਦੀ ਹਕੀਕਤ ਜਾਣਨੀ ਆ, ਤੇ ਉਹਦੇ ਪਰਿਵਾਰ ਨੂੰ ਮਿਲੋ, ਉਹਦੀ ਭੈਣ, ਉਹਦੇ ਭਰਾ, ਉਹਦੇ ਮਾਤਾ ਜੀ। ਜਿਵੇਂ ਹੁਣ ਪਿੱਛੇ ਸਾਡੇ ਗੈਂਗਸਟਰ ਪੰਜਾਬ ਦੇ ਕਈ ਮੁੰਡੇ ਇਨਕਾਊਂਟਰ ਹੋ ਚੁੱਕੇ ਆ, ਅੱਜ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਕਦੀ ਜਾ ਕੇ 10 ਰੁਪਏ ਦਿੱਤੇ ਹੋਣ ਜਾਂ ਕੋਈ ਰਾਸ਼ਨ ਦਿੱਤਾ ਹੋਵੇ, ਔਰ ਉਹਨਾਂ ਦੇ ਹਾਲਾਤ ਵੇਖਣ ਜਾ ਕੇ। ਅੱਛਾ, 2 ਤਸਵੀਰਾਂ ਸੋਨੂ ਕੰਗਲਾ ਦੀਆਂ ਦੇਖਣ ਨੂੰ ਮਿਲਦੀਆਂ ਨੇ YouTube ਤੇ। ਇੱਕ ਤੇ ਸੀਗਾ ਗੈਂਗ ਦੇ ਨਾਲ ਚੱਲ ਰਹੇ, ਪੁਲਿਸ ਨੇ ਫੜਿਆ 100 ਬੰਦਾ ਨਾਲ ਚੱਲ ਰਿਹਾ। ਇੱਕ ਤਸਵੀਰ ਸੀ ਕਰੋਨਾ ਦੇ ਵੇਲੇ, ਲਾਕਡਾਊਨ ਵੇਲੇ ਖੂਨਦਾਨ ਕਰਨਾ ਜਾਂ ਲੋਕਾਂ ਦੀ ਸੇਵਾ ਕਰਨੀ। ਦੋਵਾਂ ਚੋਂ ਕਿਹੜੀ ਤਸਵੀਰ ਚੰਗੀ ਲੱਗਦੀ? ਮਜਬੂਰੀ ਸੀਗੀ ਜਾਂ ਨਾ ਸਮਝੀ ਸੀ ਸਾਡੀ, ਮੇਰੀ ਉਦੋਂ ਨਾ ਸਮਝੀ ਕਹਿ ਲਓ, ਉਮਰ ਛੋਟੀ ਸੀਗੀ, ਔਰ ਲਗਭਗ 30 ਸਾਲ ਤੋਂ ਤੱਕ, ਜਿਹੜਾ 32 ਸਾਲ ਦੀ ਉਮਰ ਹੁੰਦੀ ਤਦ ਤੱਕ ਬੰਦਾ ਜਿਹੜਾ ਭਟਕਿਆ ਹੀ ਰਹਿੰਦਾ। ਉਸ ਤੋਂ ਬਾਅਦ ਹੀ ਥੋੜੀ ਜਿਹੜੀ ਸਮਝ ਆ, ਜਾਂ ਬੱਚੇ ਥੋੜਾ ਜਵਾਨ ਹੁੰਦੇ ਉਦੋਂ ਹੀ ਆਉਂਦੀ ਆ। ਪਰ ਜਿਹੜੀ ਇਹ ਲਾਈਨ ਸੀ, ਦੇਖੋ ਮੈਂ ਆਪਣੇ ਘਰ ਬੈਠ ਕੇ ਰੋਟੀ ਖਾ ਸਕਦਾ ਸੀ, ਆਪਣੀ ਗੁੜੀਆਂ ਨਾਲ ਖੇਲ ਸਕਦਾ ਸੀ, ਆਪਣੇ ਬੱਚਿਆਂ ਨਾਲ ਖੇਲ ਸਕਦਾ ਸੀ, ਰੱਖੜੀ ਹੁੰਦੀ ਸੀ ਭੈਣ ਨਾਲ, ਘਰ ਬੈਠ ਕੇ ਮੈਂ ਪਹਿਲੀ ਵਾਰੀ ਕਾਫੀ ਸਮੇਂ ਬਾਅਦ ਜਦੋਂ ਦਾ ਹੋਸ਼ ਸੰਭਾਲਿਆ, 20 ਸਾਲ ਬਾਅਦ ਮਤਲਬ ਜਿਹੜੀ ਘਰ ਬੈਠ ਕੇ ਮੇਰੀਆਂ ਭੈਣਾਂ ਨੇ ਰੱਖੜੀ ਬੰਨੀ, ਸਾਰੇ ਪਰਿਵਾਰ ਨੇ। ਇਹ ਤਿਉਹਾਰ ਜਿਹੜਾ ਰੱਖੜੀ ਦਾ ਮੇਰੇ ਆਉਣ ਤੋਂ ਬਾਅਦ ਜਿਹੜਾ ਪਹਿਲਾ ਤਿਉਹਾਰ ਸੀਗਾ ਉਹ ਰੱਖੜੀ ਦਾ ਸੀਗਾ, ਔਰ ਸਾਰੇ ਪਰਿਵਾਰ ਨੇ ਬੈਠ ਕੇ ਪਹਿਲੀ ਵਾਰੀ ਅਸੀਂ ਮਨਾਇਆ। ਔਰ
ਉਹ ਲਾਈਨ ਜਿਹੜੀ ਗੱਲ ਸੀਗੀ ਉਹ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਦੂਰ ਦੂਰ ਤੱਕ ਜਿਵੇਂ ਇਸ ਗੱਲ ਦੀ ਕੋਲ ਵੀ ਨਹੀਂ ਸੀ ਆ ਸਕਦੀ ਕਿ ਇਹ ਗੱਲ ਜਿਹੜੀ ਸੀ ਘਰ ਬੈਠਣੇ ਬੜੀ ਵੱਡੀ ਗੱਲ ਆ। ਔਰ ਇਹਦਾ ਨਸ਼ਾ ਉਹ ਗੈਂਗਸਟਰ ਲਾਈਨ ਨਾਲੋਂ ਕਿਤੇ ਜ਼ਿਆਦਾ, ਔਰ ਇਹਦੇ 'ਚ ਸਕੂਨ ਜਿਹੜਾ ਬਹੁਤ ਜ਼ਿਆਦਾ, ਉਹਦੇ ਵਿੱਚ ਬਿਲਕੁਲ ਵੀ ਸਕੂਨ ਨਹੀਂ। ਪਲ ਪਲ ਹਰ ਕਿਸੇ ਇਨਸਾਨ 'ਚ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਸੀਗਾ। ਕੋਈ ਵੀ ਸਾਡੇ ਵੱਲ ਦੇਖ ਕੇ ਲੰਘ ਗਿਆ ਉਹ 'ਚ ਦੁਸ਼ਮਣ ਨਜ਼ਰ ਆਉਂਦਾ ਕਿ ਪੁਲਿਸ ਵਾਲਾ ਹੋਊਗਾ, ਸਾਡਾ ਵਿਰੋਧੀ ਧਿਰ ਹੋਊਗਾ। ਔਰ ਅੱਜ ਇਹਨਾਂ ਸਾਰੀਆਂ ਗੱਲਾਂ ਤੋਂ ਜਿਵੇਂ ਮੈਂ ਸਕੂਨ ਮਹਿਸੂਸ ਕਰਦਾ, ਪਰਿਵਾਰ 'ਚ ਰਹਿਣਾ, ਆਰਾਮ ਦੀ ਜ਼ਿੰਦਗੀ ਕੱਢਦਾ। ਔਰ ਕਦੀ ਕਦੀ ਸਹੀ ਜਦੋਂ ਭਗੌੜੇ ਸੀਗੇ, ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਦਾਂ ਨਹੀਂ ਸੀ ਹੁੰਦਾ ਕਿ ਹਰ ਟਾਈਮ ਆਲੀਸ਼ਾਨ ਬੰਗਲਿਆਂ 'ਚ ਜਾਂ ਆਲੀਸ਼ਾਨ ਹੋਟਲਾਂ 'ਚ ਗੁਜ਼ਾਰਦੇ ਹਾਂ। ਕੋਈ ਟਾਈਮ ਇਦਾਂ ਦੇ ਵੀ ਸੀ ਅਸੀਂ ਸੜਕਾਂ 'ਤੇ ਵੀ ਰਾਤਾਂ ਗੁਜ਼ਾਰੀਆਂ। ਔਰ ਜਿਹੜੇ ਗੈਂਗਸਟਰ ਯੂਥ ਆ ਉਹਨਾਂ ਨੂੰ ਇਹੀ ਲੱਗਦਾ ਕਿ ਜਿਵੇਂ ਅਸੀਂ ਫੇਸਬੁੱਕ ਫੋਟੋ ਮੇਰੀਆਂ ਵੀ ਕਈ ਲੀਕ ਹੋਈਆਂ, ਔਰ ਉਹਨਾਂ ਫੋਟੋਆਂ ਤੇ ਅੱਛੀ ਲੋਕੇਸ਼ਨ ਵੇਖ ਕੇ, ਚੰਗਾ ਹੋਟਲ ਜਾਂ ਚੰਗੀ ਗੱਡੀ ਮੇਰੇ ਕੋਲ ਦੇਖ ਕੇ ਉਹਨਾਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਸਾਨੂੰ ਹਰ ਟਾਈਮ ਲਗਜ਼ਰੀ ਲਾਈਫ ਜਿਹੜੀ ਆ ਬਤੀਤ ਕਰ ਰਿਹਾ। ਪਰ ਇਦਾਂ ਦਾ ਕੁਝ ਨਹੀਂ ਸੀ। ਬਹੁਤ ਜ਼ਿਆਦੀਆਂ ਰਾਤਾਂ ਇਦਾਂ ਦੀਆਂ ਸੀਗੀਆਂ ਕਿ ਔਰ ਜਿਹੜੀ ਲਗਜ਼ਰੀ ਲਾਈਫ ਉਹ ਮੈਨੂੰ ਭੁੱਲ ਚੁੱਕੀ ਹੈ। ਔਰ ਜਿਹੜੀਆਂ ਮੈਂ ਇਵੇਂ ਦੀਆਂ ਰਾਤਾਂ ਗੁਜ਼ਾਰੀਆਂ ਉਹ ਮੈਨੂੰ ਅੱਜ ਵੀ ਯਾਦ ਆ। ਔਰ ਉਹਨਾਂ ਰਾਤਾਂ 'ਚ ਬਹੁਤ ਰਾਤਾਂ ਇਦਾਂ ਦੀਆਂ ਸੀਗੀਆਂ ਕਿ ਜਿੱਦਣ ਅਸੀਂ ਸਾਰੀ ਰਾਤ ਸੌਂਦੇ ਨਹੀਂ ਸੀਗੇ, ਮਤਲਬ ਜੰਗਲ ਕਹਿ ਲਓ ਜਾਂ ਖੇਤ ਕਹਿ ਲਓ, ਜਿਨ੍ਹਾਂ 'ਚ ਬੈਠ ਕੇ ਅਸੀਂ ਰਾਤਾਂ ਗੁਜ਼ਾਰੀਆਂ।